ਵੈਲਕਮ ਟੂ ਦਿਸ ਐਪੀਸੋਡ ਆਫ ਦ ਹਰਪ੍ਰੀਤ ਸਿੰਘ ਸ਼ੋ। ਤੁਹਾਡਾ ਮੇਰਾ ਸਾਥ ਹੋਇਆ ਕਰਦਾ ਹੈ ਮੰਡੇ ਟੂ ਫਰਾਈਡੇ ਸਵੇਰੇ 7 ਤੋਂ ਲੈ ਕੇ 8 ਵਜੇ ਤੱਕ, ਮੰਡੇ ਟੂ ਥਰਸਡੇ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ, ਅਤੇ ਸੈਟਰਡੇ ਨੂੰ 2 ਵਾਰੀ ਸਾਂਝ ਪਾਇਆ ਕਰਨੇ ਆ, ਦੁਪਹਿਰ 2 ਤੋਂ ਲੈ ਕੇ 3 ਵਜੇ ਤੱਕ ਅਤੇ ਰਾਤ 8 ਤੋਂ ਲੈ ਕੇ 9 ਵਜੇ ਤੱਕ। ਇਸ ਪ੍ਰੋਗਰਾਮ ਵਿੱਚ ਹਮੇਸ਼ਾ ਹੀ ਸਾਡੀ ਕੋਸ਼ਿਸ਼ ਰਹਿੰਦੀ ਹੈ ਕਿ ਕਮਿਊਨਿਟੀ ਵਿੱਚ ਜੋ ਕੁਝ ਵੀ ਵਧੀਆ ਹੋ ਰਿਹਾ ਹੈ ਉਸ ਨੂੰ ਤੁਹਾਡੇ ਤੱਕ ਲੈ ਕੇ ਆਈਏ, ਤਾਂ ਕਿ ਅਸੀਂ ਸਾਰੇ ਇਹਨਾਂ ਨੇਕ ਕੰਮਾਂ ਵਿੱਚ ਆਪਣਾ ਯੋਗਦਾਨ ਪਾ ਕੇ ਹੋਰ ਆਪਣੀ ਕਮਿਊਨਿਟੀ ਦਾ ਨਾਮ ਰੌਸ਼ਨ ਕਰ ਸਕੀਏ। ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਤੋਂ ਆਏ ਹੋਏ ਸਾਡੇ ਮਹਿਮਾਨ, ਜਿਹੜੇ ਕਿ ਗੱਲਬਾਤ ਕਰਕੇ ਸਾਨੂੰ ਦੱਸਣਗੇ ਸ਼ਮਨਦੀਪ ਸਿੰਘ ਜੀ ਕਿ ਕੀ ਕੁਝ ਇਸ ਸੰਸਥਾ ਵੱਲੋਂ ਕੀਤਾ ਜਾ ਚੁੱਕਿਆ ਹੈ, ਤੇ ਹਾਲ ਹੀ ਵਿੱਚ ਇੰਡੀਆ ਵੀ ਗਏ ਹੋਏ ਸੀ, ਉੱਥੇ ਕਿਹੜੇ ਪ੍ਰੋਜੈਕਟਸ ਮੁਕੰਮਲ ਕਰਕੇ ਆਏ ਨੇ, ਫਰਦਰ ਕੀ ਪਲਾਨਸ ਨੇ, ਤੇ ਤੁਸੀਂ ਕਿਵੇਂ ਇਸ ਦਾ ਹਿੱਸਾ ਬਣ ਸਕਦੇ ਹੋ। ਸਵਾਗਤ ਕਰਦੇ ਹਾਂ ਸ਼ਮਨਦੀਪ ਸਿੰਘ ਜੀ ਦਾ। ਜੀ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਜੀ ਜਿਹੜੀ ਤੁਸੀਂ ਕਾਇਮ ਕੀਤੀ ਸੀ, ਤਕਰੀਬਨ 2 ਕੁ ਸਾਲ ਦਾ ਇਹ ਸਮਾਂ ਹੋ ਗਿਆ ਹੈ। ਉਸ ਦੇ ਵਿੱਚ ਇਹ ਕੋਈ ਵੱਡਾ ਗਰੁੱਪ ਨਹੀਂ, ਥੋੜ੍ਹੇ ਹੀ ਨੌਜਵਾਨਾਂ ਨੇ ਸ਼ੁਰੂਆਤ ਕੀਤੀ ਸੀ। ਸੋ ਉਹ 2 ਸਾਲਾਂ ਦੇ ਜਿਹੜਾ ਸਫ਼ਰ ਤੁਸੀਂ ਤੈਅ ਕੀਤਾ, ਸਾਨੂੰ ਉਸ ਵਿੱਚੋਂ ਲੈ ਕੇ ਚੱਲੋ, ਫਿਰ ਚੱਲਾਂਗੇ ਪੰਜਾਬ ਜਿੱਥੇ ਕਿ ਕੰਮ ਕੀਤੇ ਜਾ ਰਹੇ ਨੇ ਜੀ। ਦੇਖੋ ਜੀ, ਇਹ ਮਹਾਰਾਜ ਦੀ ਕਿਰਪਾ ਨਾਲ 2 ਸਾਲ ਪਹਿਲਾਂ ਕੁਝ ਨੌਜਵਾਨ ਇਕੱਠੇ ਹੋਏ, ਸੋਚ ਸੀ ਉਹੀ ਆਪਣੀ ਸਾਰੀ ਜੋ ਆਪਣੇ ਪੰਜਾਬੀ ਕਮਿਊਨਿਟੀ ਦੀ ਹੁੰਦੀ ਆ ਜੀ, ਜੋ ਕੁਛ ਨਾ ਕੁਛ ਕੀਤਾ ਜਾਵੇ ਪੰਜਾਬ ਬਾਰੇ ਨਾ। ਸੋ ਉਸ ਨੂੰ ਮੁੱਖ ਰੱਖਦੇ ਹੋਏ ਅਸੀਂ ਮੁੰਡੇ ਇਕੱਠੇ ਹੋਏ, ਬੈਠ ਕੇ ਵਿਚਾਰਾਂ ਕੀਤੀਆਂ ਜੀ, ਤੇ ਇੱਕ ਨਿੱਕਾ ਜਿਹਾ ਗਰੁੱਪ ਬਣਾ ਕੇ ਅਸੀਂ ਸ਼ੁਰੂ ਕੀਤਾ। ਪਹਿਲਾਂ ਸ਼ੁਰੂਆਤ ਵਿੱਚ ਅਸੀਂ ਗੁਰਮਤਿ ਪ੍ਰਚਾਰ ਸ਼ੁਰੂ ਕੀਤਾ, ਪਿੰਡਾਂ ਜਾ ਕੇ ਗੁਰਮਤਿ ਕੈਂਪ ਲਾਉਣੇ ਤੇ ਕਿਸੇ ਦਾ ਵਿਆਹ ਕਰਾ ਦੇਣਾ, ਨਿੱਕੇ ਮੋਟੇ ਕੰਮ ਕਰਦੇ ਰਹੇ ਜੀ। ਜਦੋਂ ਸੰਗਤ ਦਾ ਹੰਗਾਰਾ ਮਿਲਿਆ ਤੇ ਸਾਨੂੰ ਮੋਮੈਂਟਮ ਮਿਲ ਗਿਆ, ਤੇ ਉਹ ਫਿਰ ਇੱਕ ਨਵੀਂ ਜ਼ਿੰਦਗੀ ਦੇ ਵਿੱਚ ਪੈ ਗਈ ਰਾਈਟ। ਤੇ ਫਿਰ ਉਹ ਕੰਮ ਵਧਦੇ ਬੜੀ ਮਹਾਰਾਜ ਦੀ ਕਿਰਪਾ ਨਾਲ ਹੁਣ ਬਹੁਤ ਦੂਰ ਤੱਕ ਪਹੁੰਚ ਚੁੱਕੇ ਆ। ਹੁਣ ਇੱਕ ਤੁਸੀਂ ਆਫਿਸ ਵੀ ਇਸਟੈਬਲਿਸ਼ ਕਰ ਲਿਆ ਸਰੀ ਦੇ ਵਿੱਚ? ਹਾਂਜੀ, ਸਾਡਾ ਹੁਣ ਇੱਥੇ ਆਫਿਸ ਵੀ ਹੋ ਗਿਆ ਸਰੀ ਵਿੱਚ ਸ਼ੁਰੂ। ਤੇ ਉਹ ਇਹ ਆ ਵੀ ਹੁਣ ਸੰਗਤ ਸਪੋਰਟ ਕਰ ਰਹੀ ਆ, ਤੇ ਨਾਲ ਦੀ ਨਾਲ ਪ੍ਰੋਜੈਕਟ ਵੀ ਵੱਧ ਰਹੇ ਨੇ, ਤੇ ਹੁਣ ਸੰਗਤ ਦੇ ਆਉਣ ਜਾਣ ਵਾਸਤੇ ਸਾਧਨ ਹੋਊਗਾ ਇੱਕ। ਠੀਕ। ਸੋ ਪ੍ਰੋਜੈਕਟਸ ਦੀ ਜਦੋਂ ਗੱਲ ਕਰ ਰਹੇ ਹੁਣ ਪੰਜਾਬ ਹੀ ਨਹੀਂ ਬਲਕਿ ਜਿੱਥੇ ਵੀ ਹੁਣ ਕੋਈ ਇਸ਼ੂ ਆ ਰਿਹਾ, ਤੁਸੀਂ ਗਏ ਹਾਲ ਹੀ ਵਿੱਚ, ਤੁਸੀਂ ਹਾਲ ਹੀ ਨਹੀਂ ਕੁਝ ਦੇਰ ਹੋ ਗਈ ਨੇਪਾਲ ਵੀ ਗਏ ਸੀ, ਜਿੱਥੇ ਜਾ ਕੇ ਤੁਸੀਂ ਉੱਥੇ ਘਰ ਵੀ ਬਣਾ ਕੇ ਆਏ ਸੀ। ਸੋ ਉਹਦੇ ਬਾਰੇ ਤਾਂ ਸਾਡੇ ਦਰਸ਼ਕਾਂ ਨੂੰ ਪਤਾ ਹੈਗਾ, ਤੁਸੀਂ ਆ ਕੇ ਗੱਲਬਾਤ ਕੀਤੀ ਸੀ। ਜਦੋਂ ਪ੍ਰੋਜੈਕਟਸ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਇਸ਼ੂਜ਼ ਨੇ ਜਿਨ੍ਹਾਂ ਨੂੰ ਟੈਕਲ ਕਰਨ ਦੀ ਲੋੜ ਹੈਗੀ ਹੈ, ਖਾਸ ਤੌਰ 'ਤੇ ਪੰਜਾਬ ਨੂੰ ਤੁਸੀਂ ਫੋਕਸ ਕਰ ਰਹੇ ਹੋ। ਸੋ ਹੁਣ ਤੱਕ ਕੀ ਕੁਝ ਕੀਤਾ ਜਾ ਚੁੱਕਿਆ ਪੰਜਾਬ ਦੇ ਵਿੱਚ, ਕਿਹੜੇ ਪ੍ਰੋਜੈਕਟਸ ਨੂੰ ਤੁਸੀਂ ਅਹਿਮੀਅਤ ਦੇ ਰਹੇ ਹੋ, ਤੇ ਕੀ ਕੁਝ ਕੀਤਾ ਜਾ ਚੁੱਕਿਆ? ਬਿਲਕੁਲ, ਜਿਵੇਂ ਤੁਸੀਂ ਕਿਹਾ ਨਾ ਵੀ ਨੇਪਾਲ 'ਚ ਵੀ ਗਏ ਆ, ਹੋਰ ਪਾਸੇ ਵੀ ਗਏ ਆ। ਯਤਨ ਹੁੰਦਾ ਵੀ ਜਿੱਥੇ ਕਿਤੇ ਲੋੜ ਹੈਗੀ ਆ ਸਾਊਥ ਏਸ਼ੀਆ 'ਚ ਪਹੁੰਚਾਈਏ ਨਾ, ਹੈਲਪ ਕਰੀਏ। ਪਰ ਸਾਡਾ ਮੇਨ ਫੋਕਸ ਪਹਿਲਾਂ ਵੀ ਇਹੀ ਸੀਗਾ, ਤੇ ਹੁਣ ਗਾਂ ਵੀ ਇਹੀ ਰਹਿਣਾ ਵੀ ਪੰਜਾਬ ਨਾ, ਜਿੱਥੋਂ ਸਾਰੇ ਆਪਾਂ ਆਏ ਆ। ਸੋ ਪੰਜਾਬ ਵਿੱਚ ਸ਼ੁਰੂ ਕਰੀਏ, ਪਹਿਲਾਂ ਗੁਰਮਤਿ ਦੇ ਪ੍ਰੋਗਰਾਮ ਸ਼ੁਰੂ ਕਰੀਏ। ਜੋ ਗੁਰਮਤਿ ਦੇ ਪ੍ਰੋਗਰਾਮ ਅਸੀਂ ਸ਼ੁਰੂ ਕੀਤੇ ਨੇ, ਉਹਦੇ ਵਿੱਚ ਅਕੈਡਮੀਆਂ ਖੁੱਲ੍ਹੀਆਂ ਹੋਈਆਂ ਨੇ ਜੀ, ਪਿੰਡ ਲੈਵਲ 'ਤੇ। ਸੋ ਪਿਛਲੇ ਸਾਲ ਆਪਾਂ 1 ਅਕੈਡਮੀ ਸ਼ੁਰੂ ਕੀਤੀ ਸੀ ਜੀ, ਤੇ ਇਸ ਸਾਲ ਹੁਣ 5 ਅਕੈਡਮੀਆਂ ਹੋ ਚੁੱਕੀਆਂ ਨੇ। ਸੋ ਹਜੇ ਪਹਿਲੀ ਯੂਨੀਵਰਸਿਟੀ ਸਾਡੀ 1 ਅਪ੍ਰੈਲ ਨੂੰ ਆਉਣੀ ਹੈ, ਯੂਨੀਵਰਸਿਟੀ ਦੀ ਪਹਿਲੀ ਅਕੈਡਮੀ ਦੀ ਜੀ। ਹੁਣ ਯੂਨੀਵਰਸਿਟੀ ਤੋਂ ਪਹਿਲਾਂ 4 ਅਕੈਡਮੀ ਹੋਰ ਖੁੱਲ੍ਹ ਚੁੱਕੀਆਂ ਨੇ ਨਾ। ਠੀਕ ਹੈ। ਕੁਝ ਸੰਗਤ ਬੜਾ ਹੰਗਾਰਾ ਦੇ ਰਹੀ ਆ। ਸੋ ਉਹਨਾਂ ਅਕੈਡਮੀ ਵਿੱਚ ਗੁਰਮਤਿ ਵਿੱਦਿਆ, ਗੱਤਕਾ, ਕੀਰਤਨ, ਸੰਥਿਆ ਸਭ ਕੁਝ ਹੋ ਰਿਹਾ ਵਾ ਜੀ। ਸੋ ਉਸ ਨੂੰ ਅਸੀਂ ਹੁਣ ਅਗਾਂਹ ਵਧਾ ਰਹੇ ਹਾਂ। ਉਹਦਾ ਨੈਕਸਟ ਫੇਜ਼ ਉਹਨਾਂ ਗੁਰਮਤਿ ਸੈਂਟਰਾਂ ਵਿੱਚ ਹੀ ਫ੍ਰੀ ਟਿਊਸ਼ਨ ਸੈਂਟਰ ਹੋਣੇ ਆ, ਜਿਹੜੇ ਕਿ ਪਿੰਡ ਦੇ ਵਿੱਚ ਜਿਹੜੇ ਬੱਚੇ ਗਰੀਬ ਪੜ੍ਹਾਈ ਕਰ ਸਕਦੇ ਨਾ, ਹੈਂਡਲ ਨਹੀਂ ਕਰ ਸਕਦੇ ਹੈਗੇ, ਅਫੋਰਡੇਬਿਲਿਟੀ ਨਹੀਂ ਹੈਗੀ, ਉਹਨਾਂ ਨੂੰ ਬਿਲਕੁਲ ਮੁਫਤ ਦੁਨਿਆਵੀ ਵਿੱਦਿਆ ਨਾਲ ਉੱਥੇ ਮਿਲੂਗੀ। ਠੀਕ ਹੈ। ਹਾਂਜੀ। ਅਤੇ ਇਹਦੇ ਨਾਲ ਫਿਰ ਜੋ ਲੋੜਵੰਦ ਪਰਿਵਾਰ ਨੇ ਉਹਨਾਂ ਵਾਸਤੇ ਸ਼ੁਰੂ ਕੀਤਾ ਹੈ ਪ੍ਰੋਗਰਾਮ ਜੀ। ਉਹਨਾਂ ਵਾਸਤੇ ਰੀਬਿਲਡ ਕਰਦੇ ਹਾਂ ਘਰ ਉਹਨਾਂ ਦੇ। ਅੱਛਾ। ਘਰ ਦੇ ਕਈ ਘਰ ਢਾਏ ਹੁੰਦੇ ਨੇ, ਉਹ ਰਿਪੇਅਰ ਕਰਦੇ ਹਾਂ ਰਾਈਟ। ਅਤੇ ਹੁਣ 2 ਸਾਲਾਂ ਵਿੱਚ ਤਕਰੀਬਨ 7 ਘਰ ਅਸੀਂ ਬਣਾ ਚੁੱਕੇ ਹਾਂ ਰਾਈਟ। ਓਕੇ। ਸੋ ਇਹਨਾਂ ਵਿੱਚ ਦੇਖੀਦਾ ਵਾ ਵੀ ਪਰਿਵਾਰ ਦੀ ਇਨਕਮ ਕਿੰਨੀ ਆ, ਕਿਸ ਤਰੀਕੇ ਨਾਲ ਰਹਿ ਰਹੇ ਨੇ, ਉਹ ਸਾਰੀ ਪੜਤਾਲ ਕਰਨ ਤੋਂ ਬਾਅਦ ਹੀ ਕੁਛ ਸਟੈਪ ਲਈਦੇ ਨੇ। ਠੀਕ ਹੈ। ਉਹਦੇ ਵਿੱਚ ਸਾਡੀਆਂ ਇੰਡੀਆ ਦੀ ਟੀਮਾਂ ਨੇ, ਉਹ ਸਾਨੂੰ ਇਨਫੋਰਮੇਸ਼ਨ ਭੇਜਦੀਆਂ ਨੇ। ਫਿਰ ਇੱਥੇ ਬੈਠ ਕੇ ਸਾਡਾ ਫਰਜ਼ ਹੁੰਦਾ ਕੰਮ ਫਿਰ ਵੀ ਅਸੀਂ ਉਹ ਦੇਖਣਾ, ਪਰਖਣਾ ਰਾਈਟ ਕਿ ਵਾਕਈ ਇਹ ਪਰਿਵਾਰ ਲੋੜਵੰਦ ਹੈ ਕਿ ਨਹੀਂ ਹੈ। ਠੀਕ। ਸੋ ਹੁਣ ਹੌਲੀ ਹੌਲੀ ਜਿਉਂ ਵੱਧ ਰਹੇ ਆ, ਉਹ ਗਾਈਡਲਾਈਨਸ ਬਣ ਰਹੀਆਂ ਨੇ, ਸਿਸਟਮ ਤਿਆਰ ਹੋ ਰਿਹਾ ਵਾ। ਐਜੂਕੇਸ਼ਨ ਦੀ ਜਿੱਥੇ ਗੱਲ ਕਰਨੀ, ਫ੍ਰੀ ਟਿਊਸ਼ਨ ਤੁਸੀਂ ਸੈਂਟਰਸ ਕੋਲੋਂ ਜਾ ਰਹੇ ਹੋ, ਪਰ ਕੀ ਬੱਚਿਆਂ ਨੂੰ ਵੀ ਐਜੂਕੇਟ ਕਰਨ ਵਾਸਤੇ ਕੋਈ ਸਟੈਪਸ ਲਏ ਗਏ ਨੇ? ਜਿਸ ਤਰ੍ਹਾਂ ਕੋਈ ਬੱਚਿਆਂ ਨੂੰ ਸਪਾਂਸਰ ਕਰਨਾ, ਜਿਹੜੇ ਬੱਚੇ ਨਹੀਂ ਅਫੋਰਡ ਕਰ ਸਕਦੇ ਫੈਮਲੀਜ਼? ਉਹ ਇੱਕ ਅਸੀਂ ਸ਼ੁਰੂ ਕੀਤਾ ਸੀਗਾ ਪ੍ਰੋਗਰਾਮ, ਤੇ ਉਹ ਸੰਗਤ ਦਾ ਬੜਾ ਭਰਵਾਂ ਹੰਗਾਰਾ ਮਿਲ ਰਿਹਾ ਜੀ। ਉਹ ਹੈਗਾ ਸਪਾਂਸਰ ਏ ਚਾਈਲਡ। ਓਕੇ। ਸੋ ਉਹ ਪ੍ਰੋਗਰਾਮ ਜਿਵੇਂ ਆਪਾਂ ਵਰਲਡ ਵਿਜ਼ਨ ਕੈਨੇਡਾ ਆਪਣਾ ਹੈਗਾ, ਜਾਂ ਪਲਾਨਕੈਨੇਡਾ.com ਹੈਗੀਆਂ ਸੰਸਥਾਵਾਂ ਹੈਗੀਆਂ ਨੇ,
ਉਹਨਾਂ ਵਾਂਗੂ ਹੀ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਗਿਆ ਜਿਹਦੇ ਵਿੱਚ ਆਪਾਂ ਪੰਜਾਬ ਵਿੱਚੋਂ ਜਾਂ ਇੰਡੀਆ ਵਿੱਚੋਂ ਕਿਤੋਂ ਵੀ ਠੀਕ ਤੁਸੀਂ ਇੱਕ ਬੱਚਾ ਸਪਾਂਸਰ ਕਰ ਸਕਦੇ ਹੋ ਸਾਡੇ ਥਰੂ। ਓਕੇ ਉਸ ਵਿੱਚ ਇਹ ਹੋਣਾ ਵੀ ਦੇਖੋ ਇੱਕ ਤੁਸੀਂ ਮੰਨ ਲਓ ਫਰਜ਼ ਕਰ ਲਓ ਤੁਸੀਂ ਹਰਪ੍ਰੀਤ ਸਿੰਘ ਨੇ ਇੱਕ ਬੱਚਾ ਸਪਾਂਸਰ ਕਰ ਲਿਆ, ਤੁਸੀਂ ਤੁਹਾਡੀ ਜ਼ਿੰਮੇਵਾਰੀ ਹੋਣੀ ਹੈ ਇੱਕ ਮੰਥਲੀ ਡੋਨੇਸ਼ਨ ਦੇਣਾ। ਠੀਕ ਸਾਡੀ ਗਾਹਾਂ ਜ਼ਿੰਮੇਵਾਰੀ ਇਹ ਬਣ ਜਾਣੀ ਹੈ ਵੀ ਇਸ ਬੱਚੇ ਨੂੰ ਉਹਦੀ ਕਲੋਥਿੰਗ, ਠੀਕ ਉਹਦੀ ਸਕੂਲ ਫੀਸ, ਉਹਦਾ ਟਰਾਂਸਪੋਰਟੇਸ਼ਨ, ਗਾਹਾਂ ਉਹਦੀ ਗਾਹਾਂ ਹੈਲਥ ਕੇਅਰ ਵੀ ਅਸੀਂ ਕਰਦੇ ਹਾਂ। ਠੀਕ ਬੱਚਾ ਬਿਮਾਰ ਹੋ ਗਿਆ, ਢਿੱਲਾ ਮੱਠਾ ਹੋ ਗਿਆ, ਉਹ ਪਰਿਵਾਰ ਨੂੰ ਹੁਣ ਉਹਨੂੰ ਕੋਈ ਉਹਨੂੰ ਹੁੰਦਾ ਵੀ ਹਾਂ ਵੀ ਆਹ ਫਲਾਨਾ ਬੰਦਾ ਹੈਗਾ ਵੀ ਸਿੱਖੀ ਵੇੜੇ ਸਾਡੇ ਮੁੰਡੇ ਹੈਗੇ ਆ, ਰਾਈਟ ਅਸੀਂ ਬਿਮਾਰ ਹੋ ਗਏ, ਸਾਡੇ ਘਰ ਕੋਈ ਪ੍ਰੋਬਲਮ ਆ ਗਈ, ਅਸੀਂ ਇਹਨਾਂ ਨੂੰ ਫੋਨ ਕਰ ਦਾਂਗੇ ਤੇ ਸਾਨੂੰ ਅੱਗੇ ਟੇਕ ਕੇਅਰ ਕਰਨਗੇ। ਸੋ ਪਰਿਵਾਰ ਨੂੰ ਵੀ ਆਸਰਾ ਹੁੰਦਾ ਵਾ। ਠੀਕ ਸੋ ਇਸ ਤਰੀਕੇ ਨਾਲ ਚੱਲ ਰਿਹਾ ਪ੍ਰੋਗਰਾਮ। ਤਾਂ ਉਹਦੇ ਵਿੱਚ ਜੇਕਰ ਕਿਸੇ ਨੂੰ ਸਪਾਂਸਰ ਕਰਨਾ ਹੋਏ ਕਿਸੇ ਬੱਚੇ ਨੂੰ ਤਾਂ ਮੰਥਲੀ ਕਿੰਨੀ ਕੁ ਡੋਨੇਸ਼ਨ ਜਿਹੜੇ ਹੈਗੀ ਹੈ ਜਿਹਦੇ ਨਾਲ ਕਿ ਇੱਕ ਬੱਚਾ ਪੜ੍ਹਾਇਆ ਜਾ ਸਕਦਾ ਹੈ? ਤਕਰੀਬਨ $35 ਨੇ ਜੀ। ਠੀਕ ਹੈ ਇੱਕ ਦਿਨ ਦਾ ਡਾਲਰ ਬਣਦਾ ਤਕਰੀਬਨ। ਉਹ ਹੁਣ ਅਸੀਂ ਆਨਲਾਈਨ ਸ਼ੁਰੂ ਕਰਤਾ ਵਾ, safcanada.org ਤੇ ਜਾ ਕੇ ਤੁਸੀਂ ਬੱਚਾ ਸਿਲੈਕਟ ਕਰ ਸਕਦੇ ਹੋ, ਸਾਰਾ ਆਨਲਾਈਨ ਸਾਰੀ ਇਨਫੋਰਮੇਸ਼ਨ ਉੱਥੇ ਹੈਗੀ, ਤੁਸੀਂ ਉੱਥੇ ਜਾ ਕੇ ਬੱਚਾ ਵੀ ਆਨਲਾਈਨ ਸਪਾਂਸਰ ਹੋ ਸਕਦਾ ਹੁਣ। ਓਕੇ ਹਾਂਜੀ ਆਨਲਾਈਨ ਸਾਰੀ ਪ੍ਰੋਫਾਈਲ ਬਣੀ ਹੋਣੀ ਬੱਚੇ ਦੀ। ਰਾਈਟ ਗੱਲ ਕਰੀਏ ਜੀ ਸਾਲ ਪਹਿਲਾਂ ਜਿਹੜੀ ਤੁਸੀਂ ਅਕੈਡਮੀ ਖੋਲੀ ਹੈਗੀ ਹੈ ਉੱਥੇ ਫਰਸਟ ਅਕੈਡਮੀ ਜਿਹਦੀ ਕਿ ਤੁਸੀਂ ਕਿਹਾ 1 ਅਪ੍ਰੈਲ ਨੂੰ ਤੁਸੀਂ ਮਨਾਉਣ ਜਾ ਰਹੇ ਹੋ ਵਰ੍ਹੇਗੰਢ, ਪਹਿਲੇ ਨਾਲੋਂ ਤੇ ਹੁਣ ਨਾਲੋਂ ਜਦੋਂ ਤੁਸੀਂ ਹੋ ਕੇ ਆਏ ਹੋ ਕੀ ਤੁਹਾਨੂੰ ਅੰਤਰ ਲੱਗਿਆ ਉੱਥੇ? ਕੀ ਇਹੋ ਜਿਹੀ ਅਕੈਡਮੀ ਦਾ ਕੋਈ ਅਸਰ ਪੈ ਰਿਹਾ? ਕਿਉਂਕਿ ਇੱਕ ਪਾਸੇ ਇੱਥੇ ਬੈਠ ਕੇ ਜੋ ਅਸੀਂ ਸੁਣਨੇ ਆ ਕਿ ਪੰਜਾਬ ਦਾ ਬੜਾ ਬੁਰਾ ਹਾਲ ਹੈਗਾ ਹੈ, ਡਰੱਗਸ ਨੇ ਫਿਰ ਚਾਰੋਂ ਫੇਰਿਆਂ ਜਿਹੜਾ ਹੈਗਾ ਘੇਰਾ ਪਾਇਆ ਹੋਇਆ ਤੇ ਸਾਡੇ ਨੌਜਵਾਨ ਪੀੜ੍ਹੀ ਜਿਹੜੀ ਹੈ ਉਸ ਦੇ ਵਿੱਚ ਗ੍ਰਸਤ ਹੁੰਦੀ ਜਾ ਰਹੀ ਹੈਗੀ। ਸੋ ਕੀ ਅੰਤਰ ਨਜ਼ਰ ਆਇਆ ਤੁਹਾਨੂੰ? ਵੈਲ ਕੰਸੀਡਰਿੰਗ ਨਾ ਅਸੀਂ ਨਿੱਕੀ ਸੰਸਥਾ ਵਾ, ਜੇ ਆਪਾਂ ਗੱਲ ਕਰੀਏ ਪੰਜਾਬ ਬਹੁਤ ਵੱਡਾ ਸਥਾਨ ਆ ਨਾ, 12,500 ਪਿੰਡ ਆ, ਉਹਨੂੰ ਟੈਕਲ ਕਰਨ ਵਾਸਤੇ ਬਹੁਤ ਵੱਡੇ ਰਿਸੋਰਸਸ ਚਾਹੀਦੇ ਆ, ਬਹੁਤ ਵੱਡਾ ਗਰੁੱਪ ਚਾਹੀਦਾ ਤੁਹਾਨੂੰ, ਸਮਾਂ ਲੱਗੇਗਾ। ਹੋ ਸਕਦਾ ਨਥਿੰਗ ਇਜ਼ ਇੰਪੋਸੀਬਲ ਨਾ, ਅਸੀਂ ਇਹ ਦੇਖ ਚੁੱਕੇ ਹਾਂ ਸੰਸਥਾ ਚਲਾ ਕੇ ਵੀ ਨਥਿੰਗ ਇਜ਼ ਇੰਪੋਸੀਬਲ। ਸੋ ਉਹ ਜਦੋਂ ਅਕੈਡਮੀ ਪਹਿਲੀ ਖੁੱਲੀ ਸੀਗੀ ਉਹ ਪ੍ਰੀਵਿਊ ਕਰ ਰਹੇ ਸੀਗੇ ਤੇ ਦੇਖੀ ਕੀ ਹੋ ਰਿਹਾ ਵਾ। ਪਿੰਡ ਲੈਵਲ 'ਤੇ ਸ਼ੁਰੂ ਕੀਤੀ ਆ, ਬੱਚੇ ਅੰਮ੍ਰਿਤਧਾਰੀ ਹੋ ਰਹੇ ਨੇ, ਪਿੰਡ ਵਿੱਚ ਗਿਆਨ ਵੱਧ ਰਿਹਾ ਵੀ ਗੁਰਬਾਣੀ ਹੈ ਕੀ, ਜੋ ਗੁਰਬਾਣੀ ਵਿੱਚ ਸਭ ਕੁਝ ਲਿਖਿਆ ਮਹਾਰਾਜ ਨੇ ਵੀ ਇਕੱਲੀ ਇਕੱਲੀ ਚੀਜ਼ ਤੁਹਾਡਾ ਜੀਵਨ ਜਾਂਚ ਤੁਹਾਨੂੰ ਗੁਰਬਾਣੀ ਆਪਣੀ ਜੀਵਨ ਜਿਉਣਾ ਕਿਵੇਂ ਆ, ਕੀ ਕਰਨਾ ਕੀ ਨਹੀਂ ਕਰਨਾ। ਗੁਰਬਾਣੀ ਸੀ ਦਿੰਦੇ ਨਸ਼ੇ ਨਹੀਂ ਕਰਨੇ। ਗੁਰਬਾਣੀ ਤੋਂ ਆਪਾਂ ਨੂੰ ਸਿੱਖਿਆ ਮਿਲਦੀ ਹੈ ਵੀ ਜਿਹੜੇ ਫਾਰਮਰ ਕਿਸਾਨ ਸੁਸਾਈਡ ਕਰ ਰਹੇ ਨੇ, ਹੁਣ ਇੰਡੀਆ ਵਿੱਚ 12 ਘੰਟੇ ਬਾਅਦ ਇੱਕ ਬੰਦਾ ਸੁਸਾਈਡ ਕਰਦਾ, ਪੰਜਾਬ ਵਿੱਚ ਹਰ 48 ਘੰਟੇ ਬਾਅਦ ਇੱਕ ਬੰਦਾ ਸੁਸਾਈਡ ਕਰ ਰਿਹਾ ਵਾ। ਹੈਰਾਨੀ ਹੁੰਦੀ ਹੈ ਸੁਣ ਕੇ ਵੀ ਜਿੱਥੇ ਸਿੱਖ ਧਰਮ ਪੈਦਾ ਹੋਇਆ ਹੋਵੇ ਉੱਥੇ ਹੀ ਜਿੱਥੇ ਮਹਾਰਾਜ ਨੇ ਕਿਹਾ ਖੁਦਕੁਸ਼ੀ ਕਰਨੀ ਪਾਪ ਆ, ਉੱਥੇ ਹੀ ਖੁਦਕੁਸ਼ੀਆਂ ਹੋ ਰਹੀਆਂ ਨਾ। ਸੋ ਉਹ ਐਜੂਕੇਸ਼ਨ ਦੀ ਲੋੜ ਆ ਨਾ ਉਹਨਾਂ ਨੂੰ, ਗੁਰਬਾਣੀ ਦੀ ਐਜੂਕੇਸ਼ਨ ਅਸੀਂ ਦੇ ਰਹੇ ਹਾਂ ਅਕੈਡਮੀ ਵਿੱਚ। ਬੱਚੇ ਅੰਮ੍ਰਿਤਧਾਰੀ ਹੋ ਰਹੇ ਨੇ, ਮਾਤਾ ਪਿਤਾ ਬੜੇ ਖੁਸ਼ ਨੇ। ਅਸੀਂ ਜਾ ਕੇ ਆਏ ਹਾਂ ਐਤਕੀ ਜੀ, ਇੱਕ ਵੀਡੀਓ ਵੀ ਲੈ ਕੇ ਆਏ ਤੁਹਾਡੇ ਵਾਸਤੇ, ਟੈਸਟੀਮੋਨੀਅਲਸ ਨੇ ਪੇਰੈਂਟਸ ਦੇ, ਉਹ ਦੱਸ ਰਹੇ ਨੇ ਸਾਨੂੰ ਕੀ ਪ੍ਰਾਪਤ ਹੋਇਆ ਇੱਥੇ ਅਕੈਡਮੀ ਬੱਚੇ ਭੇਜ ਕੇ। ਬਹੁਤ ਖੂਬ। ਲੈਣੇ ਇੱਕ ਛੋਟੀ ਜਿਹੀ ਬ੍ਰੇਕ, ਵਾਪਸ ਆਉਂਦੇ ਹਾਂ ਤੇ ਹੋਰ ਅੱਗੇ ਫਰਦਰ ਕੀ ਪਲਾਨਸ ਨੇ, ਕਿਵੇਂ ਜਿਹੜੇ ਸਾਡੇ ਦਰਸ਼ਕ ਨੇ ਉਹ ਵੀ ਇਸ ਦਾ ਹਿੱਸਾ ਬਣ ਸਕਦੇ ਇਸ ਬਾਰੇ ਜਾਣਕਾਰੀ ਲੈਣੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਵੈਨਕੂਵਰ ਵਿੱਚ ਮਰੀਨ ਡਰਾਈਵ ਤੇ ਸਥਿਤ ਰੀਅਲ ਕੈਨੇਡੀਅਨ ਸੁਪਰਸਟੋਰ ਉਹ ਵਨ ਸਟਾਪ ਖਰੀਦਾਰੀ ਦਾ ਹੱਲ ਹੈ ਜਿੱਥੇ ਤੁਹਾਨੂੰ ਵੈਰਾਈਟੀ, ਵੈਲਿਊ ਤੇ ਹਰ ਕਿਸਮ ਦੀਆਂ ਸਾਊਥ ਏਸ਼ੀਅਨ ਸਪੈਸ਼ਲਿਟੀਜ਼ ਵਾਜਿਬ ਕੀਮਤਾਂ ਤੇ ਮਿਲਦੀਆਂ ਹਨ। ਸਾਫ਼ ਸੁਥਰੀਆਂ ਹਾਈ ਕੁਆਲਿਟੀ ਤਾਜ਼ੀ ਸਬਜ਼ੀਆਂ, ਫਲ, ਬੇਕਰੀ, ਡੇਅਰੀ, ਰੈਗੂਲਰ ਤੇ ਭਾਰਤੀ ਗਰੋਸਰੀ ਇੱਥੇ ਉਪਲਬਧ ਹੈ। ਆਓ ਤੇ ਆ ਕੇ ਇੱਕੋ ਥਾਂ ਤੋਂ ਘਰ ਦੀ ਲੋੜ ਦੀ ਹਰ ਇੱਕ ਚੀਜ਼ ਲੈ ਜਾਓ। ਹੋਰ ਜਾਣਕਾਰੀ ਲਈ ਕਾਲ ਕਰੋ 604-322-3727। We cater to all your ethnic needs. Thank you for shopping at Superstore on Marine Drive. ਸੋ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ। ਕਹਿੰਦੇ ਨੇ ਜੀ ਵੇਅਰ ਦੇयर इज अ विल देयर इज अ वे। ਇਹ ਨੌਜਵਾਨਾਂ ਨੇ ਕੋਸ਼ਿਸ਼ ਕੀਤੀ ਜਿਹੜੀ ਕਿ ਛੋਟੀ ਜਿਹੀ ਸ਼ੁਰੂਆਤ ਕੀਤੀ ਲੇਕਿਨ ਅੱਜ ਇਹ ਕਾਮਯਾਬ ਹੋ ਰਹੇ ਨੇ ਕਿਉਂਕਿ ਜਦੋਂ ਇਮਾਨਦਾਰੀ ਨਾਲ ਕੋਈ ਕੰਮ ਕੀਤਾ ਜਾਏ ਤਾਂ ਡੈਫੀਨਿਟਲੀ ਜਨਤਾ ਜੋ ਹੈ ਉਹ ਵੀ ਸਹਿਯੋਗ ਦਿੰਦੀ ਹੈ। ਇਸ ਸੰਸਥਾ ਵੱਲੋਂ ਹੋਰ ਅੱਗੇ ਕੀ ਪਲਾਨਸ ਨੇ, ਕੀ ਕੁਝ ਕਰਨ ਜਾ ਰਹੇ ਨੇ, ਆਓ ਇਸ ਬਾਰੇ ਜਾਣਕਾਰੀ ਲੈਂਦੇ ਹਾਂ ਸ਼ਮਨਦੀਪ ਸਿੰਘ ਜੀ ਤੋਂ। ਸੋ ਸ਼ਮਨਦੀਪ ਸਿੰਘ ਦੀ ਸ਼ੁਰੂਆਤ ਬੜੇ ਛੋਟੇ ਲੈਵਲ ਤੇ ਹੋਈ ਸੀ, ਸੋਚਿਆ ਨਹੀਂ ਸੀ ਕਿ ਇਸ ਲੈਵਲ ਤੇ ਪਹੁੰਚ ਜਾਏਗੀ, ਪਰ ਅਗੇਨ ਜਿਸ ਤਰ੍ਹਾਂ ਮੈਂ ਕਿਹਾ ਕਿ ਲੋਕ ਤਾਂ ਚਾਹੁੰਦੇ ਨੇ ਕਿ ਕੁਝ ਕੀਤਾ ਜਾਏ। ਹੁਣ ਹਾਲ ਹੀ ਵਿੱਚ ਤੁਸੀਂ ਪੰਜਾਬ ਗਏ ਹੋਏ ਸੀ, ਪੰਜਾਬ ਦੇ ਕੀ ਹਾਲਾਤ ਨੇ ਉੱਥੇ, ਕੀ ਚੱਲ ਰਿਹਾ ਹੈਗਾ? ਤੁਸੀਂ ਜਿਹੜੇ ਪ੍ਰੋਜੈਕਟਸ ਲੈ ਰਹੇ ਹੈਗੇ ਹੋ ਉਸ ਦੇ ਵਿੱਚ ਤੁਸੀਂ ਕੀ ਮਹਿਸੂਸ ਕਰਦੇ ਹੋ ਕਿ ਕਿਸ ਤਰ੍ਹਾਂ ਹੋਰ ਕੰਮ ਕਰਨ ਦੀ ਲੋੜ ਹੈ ਜਿਹਦੇ ਨਾਲ ਕਿ ਵੀ ਕੈਨ ਇੰਪੈਕਟ ਦ ਲਾਈਵਸ ਆਫ ਦ ਜੈਨੂਇਨ ਪੀਪਲ ਜਿਨ੍ਹਾਂ ਨੂੰ ਵਾਕਿਆ 'ਚ ਲੋੜ ਹੈਗੀ? ਇਹ 'ਚ ਤੁਹਾਡਾ ਕੁਐਸਚਨ ਬਹੁਤ ਹੀ ਵਧੀਆ ਹੈ। ਅਸੀਂ ਹੁਣ ਨਾ ਜੋ ਸੰਸਥਾ ਹੁਣ ਕਰ ਰਹੀ ਆ ਕਿਉਂਕਿ ਅਸੀਂ ਨਿੱਕੇ ਲੈਵਲ ਤੇ ਹਾਂ ਹਜੇ, ਠੀਕ, ਹਜੇ ਰਿਸੋਰਸਿਸ ਬਹੁਤ ਘੱਟ ਨੇ, ਮੈਨ ਪਾਵਰ ਬਹੁਤ ਘੱਟ ਆ। ਸੋ ਹੁਣ ਅਸੀਂ ਕੀ ਕਰਦੇ, ਹੁਣ ਅਸੀਂ ਪ੍ਰੀਵੈਂਸ਼ਨ ਨਹੀਂ ਕਰ ਰਹੇ ਹੈਗੇ, ਅਸੀਂ ਰਿਐਕਸ਼ਨ ਜੋ ਹੁੰਦਾ ਵਾ ਸੁਸਾਈਡ ਕਰ ਲਈ, ਕੋਈ ਬੰਦਾ ਕੋਈ ਬੇਕਰਾ ਹੋ ਗਿਆ ਉਦੋਂ ਬਾਅਦ ਜਾ ਕੇ ਸਾਨੂੰ ਪਤਾ ਲੱਗਦਾ ਵਾ ਜੀ, ਅਸੀਂ ਉਹਨੂੰ ਬਾਅਦ ਕੁਛ ਉਹਦੀ ਬਾਅਦ 'ਚ ਰਾਹਤ ਦਿੰਦੇ ਹਾਂ ਉਹਨੂੰ। ਚਾਹੁੰਦੇ ਇਹ ਆ ਉਹਨੂੰ ਰਾਹਤ ਨਾ ਦੇਣੀ ਪਵੇ, ਉਹਦੀ ਪ੍ਰੀਵੈਂਸ਼ਨ ਹੋ ਜਾਵੇ, ਰਾਈਟ, ਬੰਦਾ ਸੁਸਾਈਡ ਨਾ ਕਰੂ, ਉਹਨੂੰ ਪਹਿਲਾਂ ਪਤਾ ਲੱਗ ਜਾਵੇ ਵੀ ਹਾਂ ਵੀ ਸਾਡੇ ਕੋਲ ਰਾਹ ਹੈਗਾ ਵਾ। ਉਹ ਰਾਹ ਕ੍ਰੀਏਟ ਕਿਵੇਂ ਕਰਨਾ,
ਜਿੰਨਾ ਕੁ ਅਸੀਂ ਹੁਣ ਜਾ ਕੇ ਸਟੱਡੀ ਕੀਤਾ ਪਰਿਵਾਰਾਂ ਨੂੰ ਮਿਲ ਰਹੇ ਹਾਂ, ਇੱਕ ਤਾਂ ਆਪਾਂ ਨੂੰ ਸਟੱਡੀ ਦੀ ਲੋੜ ਆ। ਠੀਕ ਹੈ। ਕੋਈ ਸਟੱਡੀ ਨਹੀਂ ਹੋਈ ਹੈਗੀ ਜਿਹੜੀ ਬਾਹਰੋਂ ਆਪਾਂ ਕੋਈ ਕਮਿਊਨਿਟੀ ਬਾਹਰੋਂ ਕੋਈ USA 'ਚੋਂ ਕੋਈ ਟੀਮ ਗਈ ਹੋਵੇ, ਆਪਾਂ ਹਾਇਰ ਕੀਤੀ ਹੋਵੇ ਕਮਿਊਨਿਟੀ ਨੇ, ਸੇ ਕਮਿਊਨਿਟੀ ਨੇ ਭਾਈ ਸਾਡੇ ਫਾਰਮਰ ਸੁਸਾਈਡ ਕਰ ਰਹੇ ਨੇ, ਕੀ ਕਾਰਨ ਕੀ ਤੁਸੀਂ ਜਾ ਕੇ ਸਰਚ ਕਰੋ, ਤੁਹਾਨੂੰ ਫੰਡਿੰਗ ਅਸੀਂ ਦਿੰਦੇ ਹਾਂ, ਸਾਡੇ ਕੋਲ $1 ਮਿਲੀਅਨ ਪਿਆ ਵਾ, ਆ ਚੁੱਕੋ ਤੁਹਾਡੇ $1 ਮਿਲੀਅਨ, ਤੁਹਾਡੀ ਟ੍ਰਿਪ, ਤੁਹਾਡਾ ਸਾਰਾ ਫੂਡ, ਸਾਰਾ ਕੁਝ ਕਵਰਡ ਆ, ਤੁਸੀਂ ਜਾ ਕੇ ਸਿਰਫ ਚੈੱਕ ਕਰਨਾ ਤੁਹਾਡੀ ਜ਼ਿੰਮੇਵਾਰੀ ਕਾਹਤੋਂ ਸੁਸਾਈਡ ਕਰਦੇ ਨੇ, ਕੀ ਕਾਜ਼ਸ ਨੇ, ਪ੍ਰੀਵੈਂਸ਼ਨ ਕਿਵੇਂ ਹੋਣੀ ਆ। ਬਹੁਤ ਕਮਿਊਨਿਟੀਜ਼ ਕਰਦੀਆਂ ਨੇ, ਆਪਣੀ ਇੱਥੇ ਚੇਅਰ ਸਥਾਪਿਤ ਕਰਦੇ ਆ ਲੋਕ, ਆਪਾਂ ਕੁਝ ਨਹੀਂ ਕਰ ਰਹੇ ਨਾ। ਠੀਕ। ਸੋ ਇੱਕ ਇਹ ਤਰੀਕਾ ਹੈਗਾ ਵਾ। ਸੈਕੰਡ ਵੇ ਹੈਗਾ ਵਾ ਲੋਕਾਂ ਨੂੰ ਨਿੱਕੇ ਨਿੱਕੇ ਰੁਜ਼ਗਾਰ ਪੈਦਾ ਕਰਨੇ। ਮਹਾਰਾਜ ਦੀ ਕਿਰਪਾ ਨਾਲ ਅਸੀਂ ਸ਼ੁਰੂ ਕੀਤਾ ਹੁਣ ਉਹ ਸਟੈਪ। ਅਸੀਂ ਤਕਰੀਬਨ 3 ਰੁਜ਼ਗਾਰ ਸ਼ੁਰੂ ਪੈਦਾ ਕੀਤੇ ਨੇ ਹਰ ਸਾਲ ਦੇ ਵਿੱਚ ਓਕੇ ਹੈ ਨਾ। ਹਜੇ 3 ਮਹੀਨੇ ਹੋਏ ਨੇ। ਇੱਕ ਅਸੀਂ ਇੱਕ ਮਾਤਾ ਨੂੰ ਉਹਦਾ ਵਿਡੋ ਆ, ਉਹ 2 ਬੱਚੇ ਨੇ, ਉਹਨੂੰ ਇੱਕ ਸ਼ਾਪ ਪਾ ਕੇ ਦਿੱਤੀ ਆ, ਸਿਲਾਈ ਕਰ ਲੈਂਦੀ ਸੀਗੀ, ਉਹਨੂੰ ਸ਼ਾਪ ਪਾਤੀ, ਬੱਚੇ ਨੂੰ ਸੂਟ ਲੈਤੇ, ਸੋ ਹੁਣ ਉਹ ਨਾਲ ਦੀ ਨਾਲ ਬੁਟੀਕ ਸ਼ੁਰੂ ਕਰ ਦੂਗੀ। ਅੱਗੇ ਕਿਸੇ ਹੋਰ ਤੋਂ ਕੰਮ ਕਰਨਾ, ਹੁਣ ਆਪਦਾ ਕੰਮ ਕਰ ਸਕਦੀ ਆ, ਉਹਨੂੰ ਇੰਪਾਵਰਮੈਂਟ ਕਰਤੀ। ਐਂ ਹੀ ਇੱਕ ਬਜ਼ੁਰਗ, ਉਹਦੀ ਵਾਈਫ ਬਿਮਾਰ ਹੋ ਗਈ ਜੀ, ਕਿਉਂਕਿ ਇਹ ਤੁਸੀਂ ਆਪਾਂ ਸੋਚ ਸਕਦੇ ਵੀ ਇਹ ਵੀ ਕਾਜ਼ਸ ਨੇ, ਦੇ ਮਾਈਟ ਸੁਸਾਈਡ ਕਰ ਲੈਣਾ ਆਪਦੇ, ਮਾਰ ਲੈਣਾ ਆਪਦੇ ਆਪ ਨੂੰ। ਬਿਲਕੁਲ। ਸੋ ਉਹ ਬਜ਼ੁਰਗ ਆ, ਪਰਿਵਾਰ ਪਾਲਿਆ, 4 ਬੱਚੇ ਨੇ, ਤੇ ਉਹਦੀ ਸ਼ਾਪ ਸੀਗੀ ਟਾਇਰ ਪੰਚਰ ਵਾਲੀ, ਨਿੱਕੀ ਜਿਹੀ ਸ਼ਾਪ ਸੀ ਪਿੰਡ ਦੇ ਵਿੱਚ, ਤੇ ਕਹਿੰਦਾ ਵਧੀਆ ਵੀ ਦਿਹਾੜੀ ਪਾਈ ਜਾਂਦੀ ਸੀ। ਉਹ ਸ਼ਾਪ ਨਾਲ ਹੀ ਉਹਨੇ 4 ਬੱਚੇ ਆਪਦੇ ਯੂਨੀਵਰਸਿਟੀ 'ਚ ਪੜ੍ਹਾਏ ਆ, ਸੋ ਉਹਨੂੰ ਪੈਸੇ ਬਣ ਰਹੇ ਸੀਗੇ ਜੀ। ਸੋ ਉਹਨੇ ਆਪਦੀ ਵਾਈਫ ਦੇ ਇਲਾਜ ਵਾਸਤੇ ਸ਼ਾਪ ਵੇਚਤੀ। ਠੀਕ। ਹੁਣ ਅਸੀਂ ਉਹਦੇ ਵਾਸਤੇ ਉਹ ਮੁੜ ਕੇ ਦੁਬਾਰਾ ਫਿਰ ਉਹੀ ਸ਼ਾਪ ਉਹਦੇ ਵਾਸਤੇ ਬਣਾ ਕੇ ਦਿੱਤੀ ਆ, ਉਹੀ ਪਿੰਡ ਦੇ ਵਿੱਚ, ਪੰਚਾਇਤ ਤੋਂ ਜਗ੍ਹਾ ਲੈ ਕੇ। ਰਾਈਟ। ਸੋ ਇਹੋ ਜਿਹੇ ਨਿੱਕੇ ਨਿੱਕੇ ਪ੍ਰੋਜੈਕਟਸ ਦੇ ਨਾਲ ਆਪਾਂ ਇੰਪਾਵਰਮੈਂਟ ਲਿਆ ਕੇ ਲੋਕਾਂ ਨੂੰ ਪੈਰਾਂ 'ਤੇ ਖੜਾ ਕਰ ਸਕਦੇ ਹਾਂ। ਠੀਕ। ਤੇ ਇਹ ਜਦ ਆਪਾਂ ਦੇਖਦੇ ਹਾਂ ਜਾਂ ਪਿੰਡ ਦੇ ਲੋਕ ਹੋਰ ਦੇਖਦੇ ਨੇ ਵੀ ਆ ਵਾਕਈ ਇਹ ਬੰਦੇ ਨਾਲ ਹੈਲਪ ਹੋ ਗਈ, ਇਹ ਬੰਦਾ ਕਰ ਸਕਦਾ ਹੁਣ ਕੰਮ, ਮੁੜ ਕੇ ਫਿਰ ਕੰਮ ਕਰ ਰਿਹਾ ਵਾ, ਕਈਆਂ ਦੇ ਮਾਈਂਡ ਚੇਂਜ ਹੋ ਜਾਂਦੇ ਆ। ਬਿਲਕੁਲ। ਤੇ ਜਦੋਂ ਇਸੇ ਦੇ ਨਾਲ ਜਦੋਂ ਪ੍ਰਚਾਰ ਕਰਦੇ ਸਿੱਖ ਧਰਮ ਦਾ ਵੀ ਅਕੈਡਮੀਆਂ ਵਿੱਚ ਜਾ ਕੇ ਸੀ, ਉਹਦੇ ਵਿੱਚ ਨਾਲ ਦੀ ਨਾਲ ਕਹਿੰਦੇ ਆ ਭਾਈ ਵੀ ਨਹੀਂ ਇਹ ਆਤਮ ਹੱਤਿਆ ਮਾੜੀ ਆ, ਨਹੀਂ ਕਰਨੀ। ਸੋ ਇਹੋ ਜਿਹੇ ਡਿਫਰੈਂਟ ਤਰੀਕੇ ਨਾਲ ਆਪਾਂ ਨੂੰ ਕੁਛ ਨਾ ਕੁਛ ਕਰਨਾ ਪੈਣਾ ਨਾ। ਠੀਕ। ਸੋ ਕਰਨ ਨੂੰ ਬਹੁਤ ਕੁਛ ਆ, ਸਕੂਪ ਬਹੁਤ ਵੱਡਾ ਵਾ, ਪਰ ਕੀ ਕਰ ਇੱਕ ਪਾਸੇ ਸ਼ੁਰੂ ਕਰਨਾ ਪੈਣਾ ਆਪਾਂ ਨੂੰ ਹੌਲੀ ਹੌਲੀ ਨਾ। ਸੋ ਜਿਉਂ ਸੰਗਤ ਨਾਲ ਸਪੋਰਟ ਕਰੂਗੀ, ਇਹ ਕਾਫਲਾ ਵੱਡਾ ਹੁੰਦਾ ਜਾਊਗਾ, ਉਸ ਦੇ ਨਾਲ ਹੀ ਕੰਮ ਹੋਈ ਜਾਣਾ ਪਏ। ਸਾਡੇ ਨਾਲ ਜਿਹੜਾ ਦੇ ਲੇਖ ਨੇ ਨਾ, ਸਿੱਧਲੇ ਬੌਂਡ ਬੱਚੇ ਆ, ਸਾਡਾ ਇਹ ਨਹੀਂ ਹੈਗਾ ਵੀ ਅਸੀਂ ਕੁਛ ਕਰਨਾ ਕੁਛ ਹੋਰ ਆ, ਦਿਖਾਉਣਾ ਕੁਛ ਹੋਰ ਆ। ਜੋ ਕੁਛ ਕਰਦੇ ਆ ਡੇਲੀ ਸਾਡੀ ਅਪਡੇਟਸ ਹੋ ਰਹੀਆਂ ਫੇਸਬੁੱਕ ਦੇ ਉੱਪਰ ਨਾ, ਐਵਰੀ ਡੇ ਕੋਈ ਨਾ ਕੋਈ ਕਾਜ਼ ਐਵਰੀ ਡੇ ਹੁੰਦਾ ਵਾ। ਅੱਜ ਵੀ ਹੁਣ ਮੈਂ ਪਾ ਕੇ ਆਇਆ ਕਾਜ਼, 145 ਬੱਚੇ ਨੂੰ ਸ਼ੂ ਪਵਾਏ ਨੇ ਸਾਡੀ ਟੀਮ ਨੇ ਕੱਲ। ਸੋ ਉਹ ਚੋਪੜ ਬੱਟੀ ਵਾਲੇ ਬੱਚੇ ਸੀਗੇ, ਫ੍ਰੀ ਸਕੂਲ ਬਣਿਆ ਸੀਗਾ, ਉਹਨਾਂ ਨੂੰ ਸ਼ੂ ਅਸੀਂ ਪਵਾਏ ਆ। ਸੋ ਐਵਰੀ ਸਿੰਗਲ ਡੇ ਕੋਈ ਕਾਜ਼ ਹੋ ਰਿਹਾ ਵਾ, ਉਹ ਸਾਰਾ ਆਨਲਾਈਨ ਹੁੰਦਾ ਵਾ। ਦੈਟਸ ਵੰਡਰਫੁਲ। 2 ਚੀਜ਼ਾਂ ਨੇ, ਇੱਕ ਤਾਂ ਮਦਦ ਕਰਨੀ, ਕਿਸੇ ਨੂੰ ਕਿਸੇ ਦੇ ਪੈਰ 'ਤੇ ਖੜਾ ਕਰ ਦੇਣਾ, ਇਸ ਤੋਂ ਵੱਡਾ ਹੋਰ ਕੋਈ ਹੈਲਪ ਨਹੀਂ ਹੋ ਸਕਦੀ। ਕਿਸੇ ਨੂੰ ਕੁਝ ਦੇਰ ਲਈ ਮਾਇਆ ਦਿਓ ਤੁਸੀਂ, ਠੀਕ ਹੈ, ਥੋੜੀ ਸਪੋਰਟ ਹੋਗੀ, ਬਟ ਅਲਟੀਮੇਟਲੀ ਦੇ ਹੈਵ ਟੂ ਸਟੈਂਡ ਔਨ देयर ਓਨ ਫੀਟ। ਇੱਥੇ ਇੱਕ ਫਾਊਂਡੇਸ਼ਨ ਹੈ ਆਗਾ ਖਾਨ ਫਾਊਂਡੇਸ਼ਨ, ਉਹ ਮਾਈਕਰੋ ਲੋਨਸ ਦਿੰਦੇ ਹੈਗੇ ਨੇ ਕਿ ਕੁਝ ਦੇਰ ਲਈ ਦਿੱਤਾ, ਤੁਸੀਂ ਕਾਮਯਾਬ ਹੋ ਗਏ, ਤੁਸੀਂ ਫਿਰ ਫਰਦਰ ਇੱਕ ਪਰਿਵਾਰ ਨੂੰ ਸਪੋਰਟ ਕਰਨਾ ਹੈ, ਉਹ ਬਹੁਤ ਕਾਮਯਾਬ ਹੈਗਾ। ਸੋ ਆਈ ਹੋਪ ਆਉਣ ਵਾਲੇ ਸਮੇਂ ਵਿੱਚ ਤੁਸੀਂ ਉਹਦੇ ਉੱਤੇ ਵੀ ਕੁਝ ਨਾ ਕੁਝ ਕਰੋਗੇ। ਪਰ ਦੂਸਰੇ ਪਾਸੇ ਜਿੱਥੇ ਅਸੀਂ ਰਿਸੋਰਸਿਸ ਦੀ ਗੱਲ ਕਰਨੇ ਆ, ਹੁਣ ਸਿੱਖ ਦੁਨੀਆ ਭਰ ਵਿੱਚ ਵਸਦੇ ਹੈਗੇ ਨੇ, ਹਰ ਇੱਕ ਕੋਈ ਵਿਅਕਤੀ ਜੋ ਕੁਝ ਨਾ ਕੁਝ ਕਰ ਜ਼ਰੂਰ ਰਿਹਾ ਹੈਗਾ ਸੇਵਾ ਦੇ ਵਿੱਚ। ਜਦੋਂ ਵੀ ਹੁੰਦੀ ਗੱਲ ਅਸੀਂ ਪਿੱਛੇ ਨਹੀਂ ਹੁੰਦੇ, ਪਰ ਕਈ ਵਾਰ ਉਹ ਯੂਨਾਈਟ ਨਹੀਂ ਹੁੰਦਾ ਐਫਰਟ, ਤੇ ਉਹਦਾ ਜੋ ਡਿਜ਼ਾਇਰਡ ਇੰਪੈਕਟ ਪੈਣਾ ਚਾਹੁੰਦਾ ਹੈ ਉਹ ਨਹੀਂ ਪੈਂਦਾ ਕਈ ਵਾਰ। ਤੁਸੀਂ ਸਮਝਦੇ ਹੋ ਕਿ ਸਾਨੂੰ ਕੁਝ ਐਸਾ ਵੀ ਇਨੀਸ਼ੀਏਟਿਵ ਲੈਣਾ ਚਾਹੀਦਾ, ਜਿਸ ਤਰ੍ਹਾਂ ਖਾਸ ਤੌਰ 'ਤੇ ਸਰੀ ਨੂੰ ਲੈ ਲਈਏ ਫੋਰ ਐਗਜ਼ਾਮਪਲ, ਕਿ ਸਾਡੇ ਇੱਥੇ 7-8 ਗੁਰਦੁਆਰਾ ਸਾਹਿਬਾਨ ਹੈਗੇ ਨੇ, ਹੋਰ ਸੰਸਥਾਵਾਂ ਹੈਗੀਆਂ ਨੇ, ਕਿ ਸਾਰੇ ਰਲ ਮਿਲ ਕੇ ਫਰਦਰ ਕੁਝ ਕੀਤਾ ਜਾਏ ਜਿਹਦੇ ਨਾਲ ਕਿ ਕੁਝ ਪੋਜ਼ਿਟਿਵ ਡਿਜ਼ਾਇਰਡ ਜ਼ਿਆਦਾ ਇੰਪੈਕਟ ਪੈ ਸਕੇ। ਤੁਹਾਡੀ ਗੱਲ ਬੜੀ ਵਧੀਆ ਜੀ। ਇਹ ਅਸੀਂ ਹੁਣ ਮੈਨੂੰ ਤਕਰੀਬਨ 2 ਹਫ਼ਤੇ ਹੋ ਗਏ ਇਹੀ ਗੱਲ ਮੈਂ ਡਿਸਕਸ ਕਰ ਰਹੇ ਸੀ, ਪਰ ਅਲਟੀਮੇਟਲੀ ਆਪਾਂ ਨੂੰ ਬੈਕ ਆਫ ਦਾ ਹੈਡ ਪਤਾ ਵੀ ਉਹ ਸੰਸਥਾ ਨੇ ਆਪਾਂ ਨੂੰ ਸਪੋਰਟ ਨਹੀਂ ਕਰਨਾ। ਰਾਈਟ। ਜੋ ਕੰਮ ਅਸੀਂ ਕਰ ਰਹੇ ਹਾਂ, ਜੋ ਸੰਸਥਾ ਖੁੱਲੀ ਹੈ, ਇਹ ਕੰਮ ਸੀਗਾ ਆਪਣੇ ਗੁਰੂ ਘਰ ਦਾ ਜੀ, ਇਹ ਗੁਰਦੁਆਰਾ ਸਾਹਿਬ ਦੇ ਕੰਮ ਸੀਗੇ ਵੀ ਇਹ ਕੰਮ ਕਰਦੇ। ਰਾਈਟ। ਗੁਰਦੁਆਰਾ ਦਾ ਕੰਮ ਸੀ, ਲੰਗਰ ਬਣਦਾ 24 ਘੰਟੇ, ਉੱਥੇ ਰਿਹਾਇਸ਼ ਹੁੰਦੀ ਹਰ ਇੱਕ ਬੰਦੇ ਵਾਸਤੇ, ਚਾਹੇ ਕੈਨੇਡਾ 'ਚ ਗੁਰਦੁਆਰਾ ਚਾਹੇ ਇੰਡੀਆ 'ਚ ਗੁਰਦੁਆਰਾ। ਇੰਡੀਆ 'ਚ ਰਿਹਾਇਸ਼ ਘਰ ਹੈਗੇ ਆ, ਕੈਨੇਡਾ 'ਚ ਨਹੀਂ ਹੈਗੇ। ਇੱਥੇ ਇਹ ਵੀ ਸੋਚਣ ਦੀ ਗੱਲ ਆ। ਤੇ ਜੇ ਅਸੀਂ ਕੱਲ੍ਹ ਸੋਚੀਏ ਜੇ 100 ਗੁਰਦੁਆਰਾ ਮੰਨ ਲਓ ਸਿਰਫ $500 ਮਹੀਨੇ ਦਾ ਦੇਵੇ, ਵਿਚ ਇਜ਼ ਨਥਿੰਗ। ਐਬਸੋਲੂਟਲੀ। ਇੱਕ ਗੁਰਦੁਆਰੇ ਵਾਸਤੇ $500 ਇਜ਼ ਨਥਿੰਗ। $500 ਮਹੀਨੇ ਦਾ ਇੱਕ ਗੁਰਦੁਆਰਾ ਮਹੀਨੇ ਦਾ ਦੇਵੇ, $50,000 ਹੋ ਗਿਆ। ਰਾਈਟ। ਉਹ ਸਿਰਫ ਉਹ ਵੀ ਕਿਸੇ ਉਹਦੇ ਬੰਦਿਆਂ ਦੀ ਪਾਕਟ 'ਚ ਨਹੀਂ ਦੇਣਾ, ਉਹ ਸੰਗਤ ਦੀ ਮਾਇਆ ਵਾ, ਉੱਥੋਂ ਕੱਢ ਕੇ ਸੰਗਤ ਵਿੱਚ ਹੀ ਲਾਉਣੀ ਆ। ਨਾਲੇ ਇੱਥੇ ਤੁਹਾਨੂੰ ਪਤਾ ਹੋਵੇ ਤੁਹਾਡੀ ਜਿਹੜੀ ਮਾਇਆ ਵਾ ਉਹ ਪੰਜਾਬ ਜਾ ਰਹੀ ਆ। ਰਾਈਟ। ਸੋ ਅਸੀਂ ਇਹ ਵੀ ਨਹੀਂ ਕਹਿੰਦੇ ਸਾਨੂੰ ਦੋ ਇਹ ਸਿਸਟਮ ਬਣ ਜਾਏ ਵੀ ਕੋਈ ਇਹੋ ਜਿਹੀ ਬੋਡੀ ਬਣਾ ਦਈਏ ਆਪਾਂ ਵੀ ਹਰ ਗੁਰਦੁਆਰਾ $500 ਦੇਵੇ। ਰਾਈਟ। ਫਿਰ ਉੱਥੇ ਕਾਜ਼ਸ ਆਉਣ, ਸਿੱਖ ਇਵੈਂਟਸ ਫਾਊਂਡੇਸ਼ਨ ਦਾ ਕਾਜ਼ ਸਬਮਿਟ ਕਰੇ ਜੀ, ਦੇਖੋ ਜੀ ਸਾਡਾ ਪ੍ਰੋਜੈਕਟ ਆ, ਅਸੀਂ ਫਾਰਮਰ ਸੁਸਾਈਡ ਰਿਸਰਚ ਕਰਨੀ ਆ, ਆਹ ਸਾਡੇ ਸਿਸਟਮ 'ਚ ਐਂ ਚੱਲਣਾ ਸਿਸਟਮ,
ਆਏ ਆ ਤੁਸੀਂ ਸਾਨੂੰ ਫੰਡਿੰਗ ਦਿਓ, ਰਾਈਟ ਸਾਨੂੰ ਇਕੱਠੀ ਫੰਡਿੰਗ ਨਾ ਦਿਓ, ਸਾਨੂੰ ਸਟੇਜਸ ਹੁਣ ਫੰਡਿੰਗ ਦੀਆਂ, ਤੁਸੀਂ ਇੰਨਾ % ਕੰਮ ਕਰਤਾ, ਅੱਜ ਚੱਕੋ ਫਿਰ ਨੈਕਸਟ ਫੰਡਿੰਗ। ਰਾਈਟ ਸੋ ਸਿਸਟਮ ਕ੍ਰੀਏਟ ਕਰਨ ਦੀ ਲੋੜ ਆ। ਉਹ ਹੁਣ ਗੁਰਦੁਆਰੇ ਦੀਆਂ ਇਮਾਰਤਾਂ ਵੱਡੀਆਂ ਕਰਤੀਆਂ, ਇਮਾਰਤਾਂ ਖਾਲੀ ਪਈਆਂ ਨੇ, ਬਿਲਕੁਲ। ਵਿਆਹ ਵੇਲੇ ਇਮਾਰਤ ਭਰੀ ਹੁੰਦੀ ਆ, ਬਾਕੀ ਡੇ ਟਾਈਮ ਤੁਸੀਂ ਜਾਓ ਬਿਲਕੁਲ। ਖਾਲੀ ਪਿਆ ਗੁਰਦੁਆਰਾ ਸਾਹਿਬ। ਸੋ ਤੁਹਾਡਾ ਕਹਿਣ ਦਾ ਮਤਲਬ ਕਿ ਕਮਿਊਨਿਟੀ ਹੈਜ਼ ਟੂ ਥਿੰਕ ਔਨ ਥੀਸ ਗਰਾਊਂਡਸ ਕਿ ਹੁਣ ਸਾਨੂੰ ਕਿਹਦੀ ਵਾਇਬਿਲਿਟੀ ਕਿਸ ਚੀਜ਼ ਦੀ ਹੈ ਉੱਤੇ ਕੰਮ ਕੀਤਾ ਜਾਏ, ਨਾ ਕਿ ਸਿਰਫ ਅਸੀਂ ਇਮਾਰਤਾਂ ਬਣਾਉਣ ਤੱਕ ਹੀ ਸੀਮਿਤ ਰਹਿ ਜਾਈਏ। ਦੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਖਜ਼ਾਨਾ ਬਹੁਤ ਵੱਡਾ ਵਾ। ਬਿਲਕੁਲ। ਉਹ ਖਜ਼ਾਨੇ ਵਿੱਚ ਉਹ ਜਿਹੜੀ ਪੁਰਾਣਾ ਪ੍ਰਾਤਨ ਚੀਜ਼ ਆ ਉਹ ਉਵੇਂ ਹੀ ਰੱਖੀਏ, ਉਹ ਜਿਹੜੀ ਨੌਲੇਜ ਆ ਉਹ ਤੋਂ ਨੌਲੇਜ ਲੈ ਕੇ ਜਿਹੜਾ ਸਿਸਟਮ ਚੱਲਿਆ ਹੋਇਆ ਆਪਣਾ ਇੱਕ ਵਾਰੀ। ਹੁਣ ਦੇਖੋ ਆਪਾਂ ਪੁਰਾਣੇ ਸਮੇਂ ਵੱਲ ਦੇਖੀਏ, ਪੁਰਾਤਨ ਸਮੇਂ ਵਿੱਚ ਮਹਾਰਾਜ ਦੀ ਜਿਹੜੇ ਆਪਣੇ ਬਜ਼ੁਰਗ ਸੀਗੇ, ਮੇਰੇ ਗ੍ਰੈਂਡਫਾਦਰਸ ਹੋਏ ਨੇ ਇੰਡੀਆ ਵਿੱਚ, ਉਹ ਉਹਨਾਂ ਦੇ ਗਾਂ ਡੈਡੀ ਹੋਣੀ, ਉਹ ਅਨਪੜ੍ਹ ਸੀਗੇ ਮੋਸਟਲੀ, ਐਜੂਕੇਸ਼ਨ ਹੈ ਨਹੀਂ ਸੀ ਅਵੇਲੇਬਲ ਪਿੰਡਾਂ ਵਿੱਚ, ਬੱਤੀ ਨਹੀਂ ਹੁੰਦੀ ਸੀ ਉਦੋਂ, ਉਸ ਤਰੀਕੇ ਨਾਲ ਉਹ ਗੁਰਬਾਣੀ ਪੜ੍ਹਦੇ ਸੀਗੇ। ਰਾਈਟ। ਨਹਾਉਂਦੇ ਵੀ ਘੱਟ ਹੋਣਗੇ, ਹੋਰ ਕੰਮ ਵੀ ਬਹੁਤ ਘੱਟ ਕਰਦੇ ਹੋਣਗੇ, ਪਰ ਡੈਡੀਕੇਸ਼ਨ ਸੀ ਨਾ, ਡੈਡੀਕੇਸ਼ਨ ਸੀਗੀ। ਰਾਈਟ। ਸੋ ਉਹਨਾਂ ਨੇ ਦੇਖੋ ਬੰਜਰ ਜ਼ਮੀਨਾਂ ਵੱਢ ਕੇ ਜ਼ਮੀਨਾਂ ਸਾਰੀ ਪੈਦਾ ਕੀਤੀਆਂ ਨਾ। ਹੁਣ ਮੰਨ ਲਓ ਜਿਹੜੇ ਮੇਰੇ ਫਾਦਰ ਵਗੈਰਾ ਸੀਗੇ, ਉਦੋਂ ਤਾਂ ਧਾਰਨਾ ਆ ਗਈਆਂ, ਠੀਕ, ਉਹ ਗਾਣੇ ਸੁਣਦੇ ਸੀਗੇ ਲੋਕ, ਉਹ ਸੰਤਾਂ ਨੇ ਹੋਰ ਸਿੰਘਾਂ ਨੇ ਬੈਠ ਕੇ ਡਿਸਾਈਡ ਕੀਤਾ ਜੀ ਆਪਾਂ ਉਹਨਾਂ ਨੂੰ ਕਿਵੇਂ ਹਟਾਈਏ ਗਾਣਿਆਂ ਤੋਂ, ਕੌਣ ਤੋਂ ਕਲੀਆਂ ਗਾਉਂਦੇ ਸੀ, ਉਹ ਫਿਰ ਉਹਨਾਂ ਨੇ ਧਾਰਨਾ ਸ਼ੁਰੂ ਕਰਤੀਆਂ ਵੀ ਚਲੋ ਇਹਨਾਂ ਨੂੰ ਕੁਛ ਨਾ ਕੁਛ ਚੰਗਾ ਹੀ ਪੜ੍ਹਨਗੇ। ਰਾਈਟ। ਉਹ ਸ਼ੁਰੂ ਕਰ। ਹੁਣ ਸਿਸਟਮ ਹੋਰ ਆ ਵੀ ਹੁਣ ਹੋਰ ਜ਼ਮਾਨਾ ਮਾਡਰਨ ਹੋ ਗਿਆ, ਹੁਣ ਆਪਾਂ ਉੱਥੇ ਹੀ ਖੜੇ ਆ ਬਸ ਵੀ ਸਿਸਟਮ ਵੀ ਗੁਰਦੁਆਰੇ ਆ ਗਏ, ਇਮਾਰਤ ਵੱਡੀ ਕਰ ਲਓ, ਰੈਨੋਵੇਸ਼ਨ ਕਰ ਲਓ, ਲੰਗਰ ਹਾਲ 'ਚ ਲੰਗਰ ਹੋਏ ਵਧੀਆ, ਚਾਰ ਤਰ੍ਹਾਂ ਦੇ ਭੋਜਨ ਹੁੰਦੇ ਆ ਉੱਥੇ, ਪਕਵਾਨ ਹੁੰਦੇ ਆ, ਤੇ ਉਹ ਸਾਰਾ ਵੇਸਟੇਜ ਹੋ ਰਿਹਾ ਵਾ। ਰਾਈਟ। ਇਨੀਸ਼ੀਏਟਿਵਸ ਲੈਣ ਦੀ ਲੋੜ, ਹਾਂ ਕੁਝ ਗੁਰਦੁਆਰੇ ਕਰ ਰਹੇ ਨੇ, ਪਰ ਸਾਰੇ ਪਾਸੇ ਕਰਨ ਦੀ ਲੋੜ ਆ। ਥੋੜਾ ਜਿਹਾ ਹੋਰ ਸਾਰਿਆਂ ਨੂੰ ਅਵੇਅਰਨੈਸ ਲਿਆਉਣ ਦੀ ਲੋੜ ਹੈ ਕਿ ਆਪ ਸਾਰੇ ਰਲ ਮਿਲ ਕੇ ਅਸੀਂ ਕੁਝ ਕਰ ਸਕੀਏ। ਬਿਲਕੁਲ ਜੀ। ਹੁਣ ਡਿਜੀਟਲ ਏਜ ਹੈਗੀ ਹੈ, ਤੁਸੀਂ ਵੋਲੰਟੀਅਰ ਬੇਸਡ ਗਰੁੱਪ ਹੈਗੇ ਹੋ, ਇਹਦੇ ਵਿੱਚ ਜੇਕਰ ਕੋਈ ਬੱਚੇ ਆ ਕੇ ਜੁਆਇਨ ਕਰਨਾ ਚਾਹਣ ਤੇ ਆਪਣਾ ਟਾਈਮ ਬੱਚਿਆਂ ਕੋਲ ਜੇਕਰ ਮਾਇਆ ਨਹੀਂ ਜਾਂ ਜਿਸ ਤਰੀਕੇ ਨਾਲ ਵੀ ਸਹਿਯੋਗ ਦੇਣਾ ਚਾਹਣ ਤਾਂ ਕਿੱਥੇ ਸੰਪਰਕ ਕੀਤਾ ਜਾ ਸਕਦਾ? ਸਾਡਾ ਫੇਸਬੁੱਕ ਪੇਜ ਹੈਗਾ ਵਾ ਸਿੱਖੀ ਅਵੇਅਰਨੈਸ ਫਾਊਂਡੇਸ਼ਨ, ਸਾਡੀ ਵੈਬਸਾਈਟ ਹੈਗੀ ਆ www.safcanada.org। ਰਾਈਟ। ਉਹਦੇ 'ਤੇ ਜਾ ਕੇ ਸਾਰੀ ਇਨਫੋਰਮੇਸ਼ਨ ਹੈਗੀ ਅਵੇਲੇਬਲ, ਸਾਨੂੰ ਕੰਟੈਕਟ ਕਰੋ, ਸਾਡੇ ਨਾਲ ਬੈਠੋ। ਅਸੀਂ ਚਾਹੁੰਦੇ ਹਾਂ ਤੁਸੀਂ ਸਾਰੇ ਬੰਦੇ ਸਾਡੇ ਕੋਲ ਆਉਣ, ਆਪਣੀ ਕਮਿਊਨਿਟੀ ਮੈਂਬਰਸ ਆਉਣ। ਆਈ ਥਿੰਕ ਅੱਜ ਤੱਕ ਕੋਈ ਕਿਸੇ ਕਮਿਊਨਿਟੀ ਦਾ ਬੰਦਾ ਆਪਣਾ ਕੋਈ ਲੀਡਰ ਸਾਡੇ ਕੋਲ ਨਹੀਂ ਆਇਆ ਜਿਹਨੇ ਕਿਹਾ ਹੈ ਭਾਈ ਬੱਚਿਓ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ। ਇਹ ਨਾਲ ਸਾਨੂੰ ਤਾਂ ਕੁਝ ਮਿਲਣਾ ਨਹੀਂ ਹੈਗਾ, ਸਿਰਫ ਇਨਕਰੇਜਮੈਂਟ ਹੁੰਦੀ ਹੈ ਵੀ ਤੁਹਾਡੇ ਬਜ਼ੁਰਗ ਤੁਹਾਡੇ ਨਾਲ ਖੜੇ ਆ। ਰਾਈਟ। ਸੋ ਜਦੋਂ ਤੁਸੀਂ ਸਾਨੂੰ ਬੁਲਾਉਂਦੇ ਹੋ ਜਾਂ ਹੋਰ ਸਾਨੂੰ ਕਈ ਸਿੰਘ ਬੁਲਾਉਂਦੇ ਆ, ਬੜਾ ਸਿਰ ਉੱਚਾ ਹੁੰਦਾ ਵੀ ਫਕਰਨਾ ਵੀ ਹਾਂ ਸਾਡੇ ਪਿੱਛੇ ਬੰਦੇ ਖੜੇ ਆ ਭਾਈ। ਰਾਈਟ। ਸੋ ਲੋੜ ਆ ਵੀ ਹਾਂ ਆਪਾਂ ਇਕੱਠੇ ਮਿਲ ਕੇ ਕਰੀਏ, ਜ਼ਰੂਰੀ ਨਹੀਂ ਹੁੰਦਾ ਤੁਸੀਂ ਫਾਈਨੈਂਸ਼ੀਅਲ ਮਦਦ ਕਰਨੀ ਹੈ, ਹੋਰ ਬਹੁਤ ਤਰੀਕੇ ਹੁੰਦੇ ਆ। ਐਬਸੋਲੂਟਲੀ। ਰਾਈਟ। ਆਸ ਕਰਦੇ ਹਾਂ ਜੀ ਕਿ ਹੌਲੀ ਹੌਲੀ ਕਾਫਲਾ ਵੱਧਦਾ ਜਾਏਗਾ ਤੇ ਸੰਗਤਾਂ ਹੋਰ ਜੁੜ ਕੇ ਇੱਕ ਨੇਕ ਕੰਮ ਵਿੱਚ ਅੱਗੇ ਆਉਣਗੀਆਂ। ਤੁਹਾਡਾ ਧੰਨਵਾਦ ਕਿ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਇਹ ਕੰਮ 'ਚ ਲੱਗੇ ਹੋਏ ਹੋ, ਕਿਉਂਕਿ ਇੱਥੇ ਆਪਣਾ ਟਾਈਮ ਕੱਢਣਾ ਸਭ ਤੋਂ ਵੱਡੀ ਗੱਲ ਹੈ। ਪਰ ਅਗੇਨ ਇੱਕ ਵੋਲੰਟੀਅਰ ਬੇਸਡ ਜਿਹੜੀ ਤੁਸੀਂ ਆਰਗੇਨਾਈਜੇਸ਼ਨ ਬਣਾਈਏ, ਹੋਰ ਕਾਮਯਾਬੀਆਂ ਮਿਲਣ ਸਾਨੂੰ ਤੇ ਅਸੀਂ ਇਸੇ ਤਰੀਕੇ ਨਾਲ ਆਪਣੀ ਕਮਿਊਨਿਟੀ ਦਾ ਨਾਮ ਰੋਸ਼ਨ ਕਰ ਸਕੀਏ। ਧੰਨਵਾਦ ਤੁਹਾਡਾ ਐਂਡ ਬੈਸਟ ਵਿਸ਼ੇਸ। ਥੈਂਕ ਯੂ। ਸੋ ਲੈਣੇ ਜੀ ਇੱਕ ਛੋਟੀ ਜਿਹੀ ਬ੍ਰੇਕ, ਲੇਕਿਨ ਬ੍ਰੇਕ ਤੋਂ ਬਾਅਦ ਜੋ ਸਿੱਖੀ ਅਵੇਅਰਨੈਸ ਫਾਊਂਡੇਸ਼ਨ ਵੱਲੋਂ ਕੰਮ ਕੀਤਾ ਜਾ ਰਿਹਾ ਹੁਣ ਤੱਕ ਜੋ ਕੀਤਾ ਗਿਆ ਹੈ ਉਹ ਤੁਹਾਡੇ ਸਾਹਮਣੇ ਇਸ ਵੀਡੀਓ ਰਾਹੀਂ ਲੈ ਕੇ ਹਾਜ਼ਰ ਹੋਵਾਂਗੇ। ਦੇਖਦੇ ਰਹਿਣਾ ਦ ਹਰਪ੍ਰੀਤ ਸਿੰਘ ਸ਼ੋ। Caring, comfortable, and cutting edge. Pacific Oral Health Center makes dental services accessible and affordable. This dentist's office gave me my life back. I came in here and I saw the work he did. I was shocked. I had teeth again. Regardless of insurance or income status. Provided on a sliding scale, Pacific Oral Health Center assures both physical and financial comfort. Pacific Oral Health Center. Caring, comfortable, cutting edge. ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਾਡੇ ਬੱਚੇ ਇੱਥੇ ਅਕੈਡਮੀ 'ਚ ਆਉਣ ਲੱਗੇ ਨੇ, ਸਾਡੇ ਬਹੁਤ
ਮੈਂ ਕਹਿੰਦੀ ਮੈਂ ਸਾਰੀ ਜ਼ਿੰਦਗੀ ਹੁਣ ਵੀ ਸਵੇਰ ਸ਼ਾਮ ਉੱਠਦੀ ਇਹੀ ਮੈਂ ਆਸ ਕਰਦੀ ਹਾਂ ਵੀ ਵਾਹਿਗੁਰੂ ਉਹਨਾਂ ਦੀ ਕਮਾਈ ਦੇ ਵਿੱਚ ਬਰਕਤ ਪਾਵੇ, ਦਿਨ ਚੁਗਣੀ ਰਾਤ ਤਰੱਕੀ ਕਰੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਦੀ। ਵਾਹਿਗੁਰੂ ਜਿਵੇਂ ਮੇਰੀ ਸੁਣੀ ਤਾਂ ਸਭ ਦੀ ਕੁੱਲ ਦੀ ਸੁਣੀ ਵਾਹਿਗੁਰੂ। ਮੈਂ ਇੰਨੀ ਗਰੀਬੀ 'ਚ ਸੀਗੀ, ਘਰ ਦੇ ਬਸ ਸਿਰਫ 100 ਰੁਪਏ ਦਿਹਾੜੀ ਤੇ ਲੱਗੇ ਹੋਏ। ਇੰਨੀ ਗਰੀਬੀ ਹੋਣ ਦੇ ਬਾਵਜੂਦ ਮੈਂ ਤਾਂ ਕਹਿੰਦੇ ਨੇ ਨਾ ਬੱਚੇ ਹੀ ਵਿਆਹ ਹੋਣੇ ਸੀ ਮੇਰੇ ਤੋਂ, ਤਾਂ ਨਾ ਹੀ ਮੇਰੇ ਤੋਂ ਕਹਿੰਦੇ ਨੇ ਘਰ ਤਾਂ ਮੈਂ ਪਾਉਣ ਦੀ ਬਹੁਤ ਦੂਰ ਦੀ ਗੱਲ ਆ। ਬਹੁਤ ਜੀ ਬਹੁਤ ਇਹਨਾਂ ਦਾ ਧੰਨਵਾਦ, ਇਹਨਾਂ ਨੇ ਮੇਰੀ ਗੱਲ ਸੁਣੀ ਗਰੀਬ ਦੀ। ਬਹੁਤ ਲੱਖ ਹਮ ਚਾਹਨੇ ਇੰਨੇ ਮੇਰੀ ਗੱਲ ਬਹੁਤ ਸੁਣੀ ਮਹਾਰਾਜ, ਨਾ ਰਾਤ ਦੁਗਣੀ ਕਰੇ ਐਵੇਂ ਮਹਾਰਾਜ ਤੁਸੀਂ ਤਾਂ ਗਰੀਬਾਂ ਦੀ ਕਰਦੇ ਰਹੇ। ਦਿਲ ਦੀ ਦੱਸਾਂ ਨਾ, ਮੇਰੇ ਪੈਰ ਨੂੰ ਚੱਪਲ ਵੀ ਨਹੀਂ ਜੋੜਦੀ। ਮੈਂ ਬੱਦਰ ਪਵਾਉਣ ਲਈ ਵੀ ਮੈਂ ਲੀਰ ਬੰਨ੍ਹ ਕੇ 6 ਮਹੀਨੇ ਆਪਦਾ ਟਾਈਮ ਪਾਸ ਕਰ ਲੈਂਦੀ ਹਾਂ। ਮੈਂ ਕਹਿੰਦੀ ਨਾ ਮੇਰੇ ਬੱਚੇ ਮਾੜੇ ਮੋਟੇ ਹੁਸ਼ਿਆਰ ਹੋ ਜਾਣ। ਕੋਈ ਕਿਸੇ ਨੂੰ ਪਾਣੀ ਦੀ ਘੁੱਟ ਤੱਕ ਨਹੀਂ ਪੁੱਛਦਾ ਹੈਗਾ, ਕੋਈ ਕਿਵੇਂ ਮਰਜ਼ੀ ਭੁੱਖਾ ਬੈਠਾ ਹੈ, ਕਿ ਨਾਲ ਦੇ ਜੰਮੇ ਦੇ ਕਹਿੰਦੇ ਨੇ ਚੁੱਲ੍ਹੇ 'ਤੇ ਚਾਹੇ ਪਰੌਂਠੇ ਪੱਕਦੇ, ਗਰੀਬ ਚਾਹੇ ਭੁੱਖਾ ਬੈਠਾ ਵਾ ਕੋਈ ਪੁੱਛਦਾ ਨਹੀਂ ਹੈਗਾ। ਜਿਵੇਂ ਤੁਸੀਂ ਸੁਣਦੇ, ਤੁਸੀਂ ਸਭ ਦੀ ਆਸ ਕਰ ਬਾਂਹ ਫੜਦੇ ਪ੍ਰਮਾਤਮਾ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਲੰਬੀ ਉਮਰੇ ਕਰੇ ਪ੍ਰਮਾਤਮਾ ਤੁਹਾਡੀ। ਮਾਈ ਭਾਈ ਕਹਿੰਦੇ ਆ ਕੀ ਹਾਂ ਕੀ ਬਣ ਗਿਆ, ਬੱਚੇ ਦਾ ਕਰਕੇ ਮੈਨੂੰ ਬਣਨਾ ਪਿਆ ਮਹਾਰਾਜ ਜੀ। ਮੈਂ ਝੂਠ ਨਹੀਂ ਮਾਰਨਾ, ਅਪਰਾਧ ਨਹੀਂ ਮਾਰਨਾ। ਮੈਨੂੰ ਮੇਰੀਆਂ ਸ਼ਹੀਦਾਂ ਸਾਹਿਬ ਨੇ ਬਹੁਤ ਕੁਝ ਦਿੱਤਾ ਸੀ, ਮੇਰੇ ਬੱਚੇ ਦਾ ਕਰਕੇ ਸਭ ਕੁਝ ਖੁਰ ਗਿਆ ਵਾਹਿਗੁਰੂ। ਸ਼ੁਕਰ ਮਨਾਉਣਾ ਮੈਂ ਬਾਬੇ ਦੀਪ ਸਿੰਘ ਦਾ, ਜਿਹਨੇ ਮੇਰਾ ਬੱਚਾ ਬਚਾ ਦਿੱਤਾ। ਸੈਫ ਕੈਨੇਡਾ ਮਹਾਰਾਜ ਜੀ ਸਾਡੀ ਮਦਦ ਕਰ ਰਹੀ ਆ, ਸਾਨੂੰ ਕਮਰਾ ਪਾਉਣ ਵਾਸਤੇ ਬਹੁਤ ਸਾਡੀ ਮਦਦ ਕਰਨ ਲੱਗੀ ਆ। ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਮੈਂ ਸਿੱਖ ਕੈਨੇਡਾ ਵਾਲਿਆਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਮਦਦ ਕੀਤੀ ਹੈ। ਪਹਿਲਾਂ ਮੇਰੀ ਸਾਈਕਲਾਂ ਦੀ ਦੁਕਾਨ ਸੀ ਜੀ, ਵਿੱਚ ਕੰਪੈਚਰ ਵੀ ਦਾ। ਘਰ ਦੇ ਬਿਮਾਰ ਹੋਣੇ ਕਾਰਨ ਮੈਂ ਮਤਲਬ ਸਾਈਕਲਾਂ ਦੀ ਦੁਕਾਨ ਵੇਚ ਚੁੱਕਿਆ। ਇਹਨਾਂ ਦੇ ਇਲਾਜ ਪਰ ਲਾਈ ਜੀ ਕੋਈ ਫਾਇਦਾ ਨਹੀਂ ਹੋਇਆ। ਹੁਣ ਵੀ ਇਹ ਮਤਲਬ ਸਿੱਖ ਕੈਨੇਡਾ ਵਾਲੇ ਘਰਦਿਆਂ ਦਾ ਇਲਾਜ ਕਰਾ ਰਹੇ ਹਾਂ। ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ। ਮੈਨੂੰ ਸਾਈਕਲਾਂ ਦੀ ਦੁਕਾਨ ਵੀ ਦਾ ਸਮਾਨ ਵੀ ਪਾ ਕੇ ਦਿੱਤਾ ਜੀ। ਕਰਜ਼ਾ ਸੀ ਸ਼ਹਿਰ ਤੇ ਵੀ ਬੱਚੀ ਮੇਰੀ ਵੱਡੀ ਵਿਆਹਣ ਵਾਲੀ ਆ, ਉਹਦਾ ਵੀ ਲੋੜ ਦਿਮਾਗ ਤੇ ਰੱਖਦੇ ਸੀ ਵੀ ਆਪਾਂ ਕਿਵੇਂ ਵਿਆਹ ਕਰਾਂਗੇ। ਆਹੀ ਟੈਨਸ਼ਨਾਂ ਦਾ ਮਾਰਿਆ ਪਿਆ ਸੀ। ਇੱਥੋਂ ਤਾਂ ਪੱਠਿਆਂ ਨੂੰ ਗਿਆ, ਮੈਨੂੰ ਤਾਂ ਕਹਿ ਕੇ ਕਹਿੰਦਾ ਮੈਂ ਪੱਠਿਆਂ ਨੂੰ ਜਾਣਾ, ਤੇ ਤੁਰ ਗਿਆ ਕਿੱਧਰ ਨੂੰ। ਬਈ ਜਿਹੜਾ ਤੁਸੀਂ ਇਹ ਮਕਾਨ ਬਣਾਇਆ ਕਿਸੇ ਨੇ ਬਣਾਉਣਾ ਹੀ ਨਹੀਂ। ਜਿਹੜੇ ਮਤਲਬ ਬਹੁਤ ਦੁਨੀਆ ਮਰੀ ਹੈ, ਉਹ ਤਾਂ ਅੱਗੋਂ ਪਿੱਛੋਂ ਵੀ ਹੋਰ ਵੀ ਬਥੇਰੇ ਮਰ ਕੇ ਗਿਆ। ਮੇਰੀ ਤਾਂ ਕੁੜੀ ਦਾ ਵਸੇਬਾ ਤੁਸੀਂ ਕਰਿਆ ਇਹ। ਕੋਈ ਨਹੀਂ ਕਿਸੇ ਦਾ ਬੇਲੀ, ਮੈਂ ਤਾਂ ਸਿੱਧੀ ਗੱਲ ਜਾਣਦਾ। ਧੰਨ ਧੰਨ ਧੰਨ। ਹੁਣ ਤਾਂ ਔਖੀ ਹੋਈ ਜ਼ਿੰਦਗੀ ਆ।